ਸਤਿ ਸ਼੍ਰੀ ਅਕਾਲ ਜੀ। मैं आस करदा तुसीं सारे तंदुरुस्त होवोगे, ठीक ठाक होवोगे। पंजाब आपदी धरती ते, आपदी मिट्टी ते जिन्हों कहिंदे आ भी ਉਹ ਧਰਤੀ ਜਿਹੜੇ ਸਾਡੇ ਗੁਰੂਆਂ ਦੀ ਧਰਤੀ ਆ, ਉੱਥੇ ਆ ਚੁੱਕੇ ਆ ਜੀ, ਵਾਪਸ ਆ ਗਏ ਆ। ਤੇ ਪੰਜਾਬ ਆ ਕੇ ਇੱਕ ਵਾਰੀ ਜੋ ਇੱਥੋਂ ਪਿਆਰ ਮਿਲਦਾ, ਜੋ ਸਾਡਾ ਹੌਸਲਾ ਅਫਜ਼ਾਈ ਹੁੰਦੀ ਆ, ਉਹ ਮੈਨੂੰ 에ਅਰਪੋਰਟ ਤੋਂ ਹੀ ਸਮਝ ਆ ਗਈ ਸੀ। ਜਦੋਂ ਉਤਰਿਆ ਚੰਡੀਗੜ੍ਹ 에ਅਰਪੋਰਟ ਤੇ ਜਿਹੜੇ ਮੁੰਡੇ ਉੱਥੇ ਮਿਲੇ, ਜਿਵੇਂ ਉਹਨਾਂ ਨੇ ਪਿਆਰ ਦਿੱਤਾ, ਫਿਰ ਜਦੋਂ ਜਿੱਥੋਂ ਲੰਘਦੇ ਆ ਜਿੰਨਾ ਪਿਆਰ ਮਿਲਦਾ, ਮੈਂ ਦੇਣ ਨਹੀਂ ਦੇ ਸਕਦਾ। ਪਰ ਆਪਾਂ ਬਾਹਲੀ ਲੰਬੀ ਗੱਲ ਅੱਜ ਨਹੀਂ ਲਿਜਾਂਦੇ। ਅੱਜ ਗੱਲ ਇੰਨੀ ਕੀ ਕਰਨੀ ਆ ਵੀ ਇੱਕ ਸਾਡਾ ਸੰਘਰਸ਼, ਜਿਹੜਾ ਸਾਡਾ ਹੋਂਦ ਦਾ ਸੰਘਰਸ਼ ਆ, ਸਾਡੀ ਹੋਂਦ ਦੀ ਲੜਾਈ ਆ, ਤੇ ਦੂਜਾ ਜਿਹੜੀ ਮਹਾਮਾਰੀ ਫੈਲ ਰਹੀ ਆ, ਕੋਵਿਡ ਜਾਂ ਕਰੋਨਾ ਜਿਹਨੂੰ ਆਪਾਂ ਕਹਿ ਰਹੇ ਹਾਂ, ਇਹਦੇ ਬਾਰੇ। ਸੋ ਇਹ 2-4 ਗੱਲਾਂ ਤੇ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਸੀ। ਹਜੇ ਗੱਲਾਂ ਲੰਬੀਆਂ, ਸੰਘਰਸ਼ ਨੂੰ ਵਿਚਾਰਨਾ, ਉਹਨੂੰ ਐਨਲਾਈਜ਼ ਕਰਨਾ, ਉਹ ਵੀ ਬੜਾ ਲੰਬਾ। ਕੁਝ ਗੱਲਾਂ ਮੈਂ ਜੇਲ੍ਹ 'ਚ ਰਹਿ ਕੇ ਉੱਥੇ ਸਿੱਖੀਆਂ, ਐਨਲਾਈਜ਼ ਕੀਤੀਆਂ, ਉਹਨਾਂ ਗੱਲਾਂ ਨੂੰ ਵੀ ਤੁਹਾਡੇ 'ਚ ਲੈ ਕੇ ਆਊਂਗਾ। ਪਰ ਜਿਸ ਤਰ੍ਹਾਂ ਹੁਣ ਪੰਜਾਬ ਜਾਂ ਸਾਡੇ ਨੌਜਵਾਨ ਜਾਂ ਸਾਡੇ ਇੱਥੋਂ ਦੇ ਲੋਕ ਮੈਨੂੰ ਦੇਖ ਰਹੇ ਆ ਜਾਂ ਇਹ ਐਕਸਪੈਕਟ ਕਰ ਰਹੇ ਆ ਵੀ ਦੀਪ ਹੁਣ ਤੂੰ ਅੱਗੇ ਲੱਗ। ਦੇਖੋ, ਇੱਕ ਵਾਹਿਗੁਰੂ ਨੇ ਸੇਵਾ ਬਖਸ਼ੀ ਆ, ਸੇਵਾ ਲਾਈ ਆ, ਤੇ ਤੁਹਾਡਾ ਪਿਆਰ ਤੇ ਹੌਸਲਾ ਅਫਜ਼ਾਈ ਮਿਲਿਆ। ਮੈਂ ਪਿੱਛੇ ਨਹੀਂ ਹਟਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ 2-3 ਗੱਲਾਂ ਵਿਚਾਰਨੀਆਂ ਸਾਡੇ ਵਾਸਤੇ, ਉਹੀ ਨੁਕਤਿਆਂ 'ਚ ਗੱਲ ਕਰਾਂਗੇ ਅੱਜ ਆਪਾਂ, ਬੜੀਆਂ ਜ਼ਰੂਰੀ ਆ। ਸੰਘਰਸ਼ ਸਾਡਾ, ਸਾਡੀ ਹੋਂਦ ਦੀ ਲੜਾਈ ਦਾ ਸੰਘਰਸ਼ ਅਸੀਂ ਵਿੱਢਿਆ, ਇਕੱਠੇ ਹੋ ਕੇ ਵਿੱਢਿਆ। ਉਸ ਸੰਘਰਸ਼ ਦੀ ਰੂਪ ਰੇਖਾ ਕੀ ਹੋਣੀ ਚਾਹੀਦੀ ਆ, ਹੁਣ ਇਹਨੂੰ ਐਨਾਲਾਈਜ਼ ਕਰਨਾ ਪਊਗਾ। ਅੱਜ ਸੰਘਰਸ਼ ਕਿੱਥੇ ਖੜਾ, ਇਹਨੂੰ ਐਨਾਲਾਈਜ਼ ਕਰਨਾ ਪਊਗਾ। ਕਿਉਂ ਖੜਾ, ਇਹਨੂੰ ਐਨਾਲਾਈਜ਼ ਕਰਨਾ ਹੋਊਗਾ। ਤੇ ਅੱਗੇ ਸਾਡਾ ਪੈਂਤੜਾ ਕੀ ਹੋਵੇ, ਸਾਡੀ ਰਣਨੀਤੀ ਕੀ ਹੋਵੇ, ਸਾਡੀ ਵਿਉਂਤ ਕੀ ਹੋਵੇ, ਇਹਨੂੰ ਵੀ ਐਨਾਲਾਈਜ਼ ਕਰਨਾ ਪਊਗਾ। ਇੱਕ ਗੱਲ ਬੜੀ ਹੀ ਸੰਘਰਸ਼ੀ ਬੰਦਿਆਂ 'ਚ ਹਮੇਸ਼ਾ ਇਹ ਮਸ਼ਹੂਰ ਆ, ਜਾਂ ਉਹ ਸੰਘਰਸ਼ੀ ਬੰਦੇ ਜਿਹੜੇ ਜੈਨੂਨਲੀ ਸੰਘਰਸ਼ੀ ਬੰਦੇ ਆ, ਉਹਨਾਂ ਨੂੰ ਇਹ ਗੱਲ, ਇਸ ਨੁਕਤੇ ਬਾਰੇ ਪਤਾ that every idea and every tactic has a half life। ਇਹ ਤੁਸੀਂ ਯਾਦ ਰੱਖਿਓ, every idea, every tactic has a half life। ਇਹਦਾ ਮੈਂ ਤੁਹਾਨੂੰ ਮਤਲਬ ਸਮਝਾਉਣਾ, ਥੋੜ੍ਹਾ ਜਿਹਾ ਸੰਖੇਪ 'ਚ ਜਾਂਦੇ ਹਾਂ। ਹਰ ਕਿਸੇ ਆਈਡੀਏ ਦੀ ਜਾਂ ਹਰ ਕਿਸੇ ਰਣਨੀਤੀ ਦੀ, ਟੈਕਟਿਕ ਦੀ ਇੱਕ ਲਾਈਫ ਹੁੰਦੀ ਆ। ਉਸ ਲਾਈਫ ਤੋਂ ਬਾਅਦ ਉਹਨੇ ਨਹੀਂ ਕੰਮ ਕਰਨਾ ਹੁੰਦਾ। ਅਸੀਂ 26 ਨਵੰਬਰ ਨੂੰ ਇਸ ਸੰਘਰਸ਼ ਨੂੰ ਪੰਜਾਬ ਤੋਂ ਦਿੱਲੀ ਲੈ ਕੇ ਗਏ ਸੀ। ਦਿੱਲੀ ਜਾ ਕੇ ਅਸੀਂ ਇਹ ਗੱਲ ਕਹੀ ਵੀ ਅਸੀਂ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਬਹਿ ਗਏ। ਤੇ ਤੁਸੀਂ ਵੇਖੋ ਉਦੋਂ ਬਾਅਦ ਜਿਸ ਤਰ੍ਹਾਂ ਮੀਟਿੰਗਾਂ ਹੋਈਆਂ, ਜਿਸ ਤਰ੍ਹਾਂ ਸਰਕਾਰ ਨੇ ਸਾਡੀ ਜਥੇਬੰਦੀਆਂ ਦੇ ਆਗੂਆਂ ਨੂੰ ਅਕੋਮੋਡੇਟ ਕੀਤਾ, ਏਡੀ ਵੱਡੀ ਡੈਲੀਗੇਸ਼ਨ ਨੂੰ ਅਕੋਮੋਡੇਟ ਕੀਤਾ, ਤੇ ਹਿਊਮਿਲੇਟ ਵੀ ਹੋਏ। ਸਾਡੇ ਆਗੂ ਉਹਨਾਂ ਨਾਲ ਜਾ ਕੇ ਸਿੱਧਾ ਗੱਲ ਵੀ ਕਰਦੇ ਰਹੇ, ਉਹਨਾਂ ਨੂੰ ਹਿਊਮਿਲੇਟ ਵੀ ਕੀਤਾ, ਤੇ ਉਹਨਾਂ ਨੇ ਝੱਲੀਆਂ ਇਹ ਗੱਲਾਂ। ਕਿਉਂਕਿ ਤੁਸੀਂ ਧੌਣ ਤੇ ਗੋਡਾ ਰੱਖ ਕੇ ਬੈਠੇ ਸੀ ਤੇ ਤੁਹਾਡਾ ਆਈਡੀਆ ਕੰਮ ਕਰ ਗਿਆ ਸੀ। ਉਹ ਆਈਡੀਆ ਜਿਹੜਾ ਨੌਜਵਾਨਾਂ ਨੇ 26 ਨਵੰਬਰ ਨੂੰ ਤੁਹਾਨੂੰ ਸਟੇਜ ਲਾ ਕੇ ਉੱਥੇ ਦੇਤੀ ਸੀ, ਤੇ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਜਾ ਕੇ ਬਿਠਾਤੇ ਸੀ। ਅਦਰਵਾਈਜ਼ ਬਹੁਤ ਗੱਲ, ਇਹ ਤਾਂ ਸਾਡੇ ਉਸ ਵੇਲੇ ਜਮਾਂ ਹੀ ਐਸਟੈਬਲਿਸ਼ ਗੱਲ ਆ ਵੀ ਸਾਡੇ ਆਗੂ ਇਹ ਕਹਿੰਦੇ ਸੀ ਵੀ ਬਰਾੜੀ ਚੱਲੋ, ਪਰ ਲੋਕ ਅੜ ਗਏ। ਲੋਕਾਂ ਨੇ ਕਿਹਾ ਨਹੀਂ, ਅਸੀਂ ਇੱਥੇ ਹੀ ਬੈਠਾਂਗੇ, ਸਰਕਾਰ ਦੀ ਧੌਣ ਤੇ ਗੋਡਾ ਰੱਖਾਂਗੇ, ਤੇ ਅਸੀਂ ਰੱਖਿਆ। ਉਹ ਧੌਣ ਤੇ ਗੋਡੇ ਦੀ ਕਲਮੀਨੇਸ਼ਨ 26 ਜਨਵਰੀ ਨੂੰ ਹੋਈ। 26 ਜਨਵਰੀ ਨੂੰ ਜਦੋਂ ਸਾਡਾ ਪ੍ਰੈਸ਼ਰ, ਸਾਡਾ ਜਿਸ ਤਰ੍ਹਾਂ ਦਾ ਦਬਾਅ ਅਸੀਂ ਸਰਕਾਰ ਤੇ ਬਣਾਇਆ ਸੀ, ਜਿਸ ਤਰ੍ਹਾਂ ਸਰਕਾਰ ਸਾਨੂੰ ਵਾਰ-ਵਾਰ ਮੀਟਿੰਗਾਂ ਦੇ ਸੱਦੇ ਦੇ ਕੇ ਆਪ ਬੁਲਾਉਂਦੀ ਸੀ, ਉਹਦੀ ਕਲਮੀਨੇਸ਼ਨ 26 ਜਨਵਰੀ ਨੂੰ ਹੋਈ। ਪਰ 26 ਜਨਵਰੀ ਦੀ ਕਲਮੀਨੇਸ਼ਨ ਨੂੰ ਸਾਡੀ ਲੀਡਰਸ਼ਿਪ ਨੇ ਨਹੀਂ ਸਾਂਭਿਆ, ਉਹਨੂੰ ਐਕਨੋਲੇਜ ਨਹੀਂ ਕੀਤਾ, ਉਹਨੂੰ ਰੈਕਗਨਾਈਜ਼ ਨਹੀਂ ਕੀਤਾ। ਉਲਟਾ ਸਰਕਾਰ ਦੇ ਨੈਰੇਟਿਵ ਦੇ ਵਿੱਚ ਕੰਟਰੀਬਿਊਟ ਕੀਤਾ ਵੀ ਨਹੀਂ, ਇਹ ਤਾਂ ਸਾਡੇ ਬੰਦੇ ਹੀ ਨਹੀਂ ਆ, ਇਹ ਤਾਂ ਦੀਪ ਸਿੱਧੂ ਦਾ ਬੰਦੇ ਉੱਥੇ ਲੈ ਗਿਆ ਤੇ ਇਹ ਦੀਪ ਸਿੱਧੂ ਨੇ ਸਾਰਾ ਕੰਮ ਕਰਾਇਆ। ਦੇਖੋ, ਜੇ ਇਸ ਤਰ੍ਹਾਂ ਅਸੀਂ ਕੰਪਾਰਟਮੈਂਟਲਾਈਜ਼ ਕਰਾਂਗੇ, ਇਸ ਤਰ੍ਹਾਂ ਜੇ ਅਸੀਂ ਬਾਈਨਰੀਜ਼ ਕ੍ਰੀਏਟ ਕਰਾਂਗੇ, ਆਪਦੇ ਬੰਦਿਆਂ ਨੂੰ ਨਕਾਰ ਦਾਂਗੇ, ਉਹਨਾਂ ਨੂੰ ਡਿਸਓਨ ਕਰ ਦਾਂਗੇ, ਤੇ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਵਾਸਤੇ ਵੀ ਇਹ ਤਾਂ ਗਦਾਰ ਆ, ਇਹੋ ਜਿਹਾ ਨੈਰੇਟਿਵ ਥਰੋ ਕਰਾਂਗੇ, ਤਾਂ ਫੇਰ ਤਾਂ ਅਸੀਂ ਜਿਹੜਾ ਸੰਘਰਸ਼ ਲੜ ਰਹੇ ਹਾਂ ਉਹਦੀ ਰੂਪ ਰੇਖਾ ਜਾਂ ਉਹਦੀ ਨੁਹਾਰ ਕਦੇ ਬਣ ਹੀ ਨਹੀਂ ਸਕਦੀ। ਅਸੀਂ ਜੇ ਆਪਦਾ ਇੱਕ ਆਈਡੀਆ ਜਿਹਨੇ ਕੰਮ ਕੀਤਾ ਸੀ ਵੀ ਦਿੱਲੀ ਚਲੋ, ਦੂਜਾ ਆਈਡੀਆ ਵੀ 26 ਜਨਵਰੀ ਨੂੰ ਅਸੀਂ ਦਿੱਲੀ ਦੇ ਅੰਦਰ
ਜਦੋਂ ਤੁਸੀਂ ਇਹ ਗੱਲ ਲੋਕਾਂ 'ਚ ਲੈ ਕੇ ਆਏ, ਹੋ ਸਕਦਾ ਕਿਸੇ ਹੱਦ ਤੱਕ ਇਹ ਮੈਂ ਗੱਲ ਵੀ ਨਾ ਸਮਝਿਆ ਹੋਵਾਂ, ਪਰ ਲੋਕ ਇਹ ਗੱਲ ਸਮਝ ਗਏ ਸੀ, ਕਿਉਂਕਿ ਇਹ ਸਿਰਫ ਯੂਨੀਅਨ ਲੀਡਰਸ ਦੀ ਜਾਂ ਕਿਸਾਨੀ ਦੀ ਸਟਰਗਲ ਨਹੀਂ ਆ, ਇਹ ਬਹੁਤ ਵੱਡੀ ਸਟਰਗਲ ਆ ਜਿਹਨੂੰ ਤੁਸੀਂ ਆਪ ਮੰਨਦੇ ਹੋ। ਇਹ ਲੋਕ ਸਟਰਗਲ ਆ, ਲੋਕਾਂ ਦਾ ਸੰਘਰਸ਼ ਆ। ਲੋਕ ਇਹ ਗੱਲ ਸਮਝਦੇ ਸੀ ਵੀ 26 ਤਰੀਕ ਨੂੰ ਜਿਸ ਤਰ੍ਹਾਂ ਦਾ ਦਬਾਅ ਅਸੀਂ ਸਰਕਾਰ ਤੇ ਬਣਾ ਰਹੇ ਹਾਂ, ਇਹਦਾ ਕੋਈ ਨਾ ਕੋਈ ਰਿਜ਼ਲਟ ਨਿਕਲਣਾ। ਉਹਦੀ ਕਲਮੀਨੇਸ਼ਨ 26 ਜਨਵਰੀ ਨੂੰ ਜਾ ਕੇ ਹੋਈ। ਤੁਸੀਂ ਸੰਘਰਸ਼ ਨੂੰ ਵੀ ਡਿਸਓਨ ਕੀਤਾ, ਆਪਦੇ ਲੋਕਾਂ ਨੂੰ ਵੀ ਡਿਸਓਨ ਕੀਤਾ, ਇਹ ਕਹਿ ਕੇ ਵੀ ਉਹ ਸਾਡੇ ਲੋਕ ਹੀ ਨਹੀਂ ਆ। ਤੇ ਅਗਲੀ ਗੱਲ, ਉਹਦੇ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕੀਤੀ, ਉਸ ਸਾਰੇ ਵਰਤਾਰੇ ਨੂੰ ਡਿਸਕ੍ਰੈਡਿਟ ਕਰਕੇ, ਤੇ ਲੋਕ ਜਿਹੜੇ ਉਹਦੇ ਨਾਲ ਜੁੜੇ ਬੰਦੇ ਸੀ, ਸ਼ਖਸੀਅਤਾਂ ਸੀ, ਉਹਨਾਂ ਨੂੰ ਵੀ ਡਿਸਕ੍ਰੈਡਿਟ ਕਰਕੇ ਲੋਕਾਂ 'ਚ ਡਿਸਲਿਊਜ਼ਨ ਚਲੀ ਗਈ। ਲੋਕਾਂ ਨੂੰ ਐਂ ਲੱਗਿਆ ਯਾਰ ਇੱਥੇ ਤਾਂ ਪੋਲੀਟਿਕਸ ਹੋਈ ਜਾਂਦੀ ਹੈ, ਤਾਂ ਇਕੱਠੇ ਹੋ ਹੀ ਨਹੀਂ ਸਕਦੇ, ਇਹ ਤਾਂ ਇੱਕ ਸਰਟੀਫਿਕੇਟ ਵੰਡੀ ਜਾਂਦੇ ਆ। ਸੋ 26 ਜਨਵਰੀ ਤੱਕ ਸਾਡਾ ਜਿਹੜਾ ਆਈਡੀਆ ਕੰਮ ਕਰ ਰਿਹਾ ਸੀ, ਉਹ 26 ਜਨਵਰੀ ਤੋਂ ਬਾਅਦ ਵੀ ਅੱਜ ਵੀ ਲੀਡਰਸ਼ਿਪ ਉਸੇ ਆਈਡੀਆ ਤੇ ਬੈਠੀ ਆ ਵੀ ਇੱਥੋਂ ਇਕੱਠੇ ਹੋ ਤੇ ਇਕੱਠੇ ਹੋ ਕੇ ਫਿਰ ਦਿੱਲੀ ਵੱਲ ਨੂੰ ਚਾਲੇ ਪਾਓ। ਆਏ ਨਹੀਂ ਹੁੰਦਾ ਇੱਕ ਆਈਡੀਏ ਦੀ ਲਾਈਫ ਹੁੰਦੀ ਹੈ, ਇਹ ਸੰਘਰਸ਼ੀ ਬੰਦਿਆਂ ਨੂੰ ਪਤਾ ਹੁੰਦਾ। ਅੱਜ ਨਵਾਂ ਪੈਂਤੜਾ ਘੜਨਾ ਪੈਣਾ, ਕਿਸ ਤਰ੍ਹਾਂ ਅਸੀਂ ਪ੍ਰੈਸ਼ਰ ਬਿਲਡ ਕਰਨਾ। ਤੁਸੀਂ ਮੈਨੂੰ ਦੱਸ ਦਿਓ 26 ਜਨਵਰੀ ਤੋਂ ਬਾਅਦ ਉਦੋਂ ਬਾਅਦ ਜਾਂ ਇੱਕ ਵੀ ਮੀਟਿੰਗ ਹੋਈ ਹੋਵੇ, ਇੱਕ ਵੀ ਮੀਟਿੰਗ ਲਈ ਤੁਹਾਨੂੰ ਸੱਦਾ ਦਿੱਤਾ ਹੋਵੇ ਸਰਕਾਰ ਨੇ, ਕਿਉਂ ਨਹੀਂ ਦਿੱਤਾ? ਕੋਈ ਪ੍ਰੈਸ਼ਰ ਹੀ ਨਹੀਂ ਆ ਉਹਨਾਂ ਤੇ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਅਸੀਂ ਆਪਸ 'ਚ ਜ਼ਿਆਦਾ ਉਲਝੀ ਜਾਂਦੇ ਆ, ਇੱਕ ਦੂਜੇ ਤੇ ਤੌਹਮਤਾਂ ਲਾਈ ਜਾਂਦੇ ਆ। ਤੁਸੀਂ ਇਹ ਵੇਖ ਲਓ, ਸਾਡੀ ਸਟਰਗਲ ਦਾ ਹਾਲ ਵੇਖ ਲਓ। ਅਸੀਂ ਤਹਿਜ਼ੀਬ ਭੁੱਲ ਗਏ, ਭਾਸ਼ਾ ਤੇ ਸਾਡਾ ਕੰਟਰੋਲ ਨਹੀਂ ਆ, ਤਰੀਕਾ ਸਲੀਕਾ ਭੁੱਲ ਗਏ, ਗਾਲਾਂ ਕੱਢ ਲਓ ਇੱਕ ਦੂਜੇ ਨੂੰ। ਜਦੋਂ ਤੁਹਾਡੇ ਕੋਲੇ ਤੁਹਾਡੀ ਤਹਿਜ਼ੀਬ ਹੀ ਨਹੀਂ ਆ, ਫਿਰ ਤੁਸੀਂ ਇੱਕ ਹਿਊਮਨ ਸਟਰਗਲ ਲੜ ਰਹੇ ਹੋ, ਫਿਰ ਉਹ ਹਿਊਮਨ ਸਟਰਗਲ ਤਾਂ ਰਹਿ ਹੀ ਨਹੀਂ ਗਈ ਨਾ। ਉਹਦੇ 'ਚ ਹਿਊਮਨ ਐਲੀਮੈਂਟ ਹੀ ਖਤਮ ਹੋ ਗਿਆ। ਹਿਊਮਨ ਐਲੀਮੈਂਟ ਤਾਂ ਤਹਿਜ਼ੀਬ ਸਿਖਾਉਂਦਾ ਤੁਹਾਨੂੰ, ਇੱਕ ਦੂਜੇ ਨੂੰ ਰਿਸਪੈਕਟ ਕਰਨਾ ਸਿਖਾਉਂਦਾ। ਇੱਕ ਹਿਊਮਨ ਸਟਰਗਲ 'ਚ ਜੇ ਤੁਹਾਡੇ ਕੋਲੇ ਤਹਿਜ਼ੀਬ ਨਹੀਂ ਆ, ਫਿਰ ਕਿੱਥੋਂ ਸਟਰਗਲ ਲੜ ਲਾਂਗੇ ਅਸੀਂ? ਸਾਨੂੰ ਤਰੀਕਾ ਸਲੀਕਾ ਹੀ ਨਹੀਂ ਆਉਂਦਾ ਇੱਕ ਦੂਜੇ ਨਾਲ ਗੱਲ ਕਰਨ ਦਾ। ਅਸੀਂ ਕਿਸੇ ਵੀ ਹੱਦ ਤੱਕ ਜਾਣ ਲੱਗ ਗਏ। ਭਾਸ਼ਾ 'ਚ ਕਿੱਡੀ ਵੱਡੀ ਨਫ਼ਰਤ ਝਲਕਦੀ ਆ, ਐਨੀਮਿਟੀ ਝਲਕਦੀ ਆ, ਰਾਈਵਲਰੀ ਝਲਕਦੀ ਆ। ਹੁਣ ਸਰਕਾਰ ਨੂੰ ਕੋਈ ਨਹੀਂ ਗਾਲਾਂ ਕੱਢਦਾ, ਬੀਜੇਪੀ ਨੂੰ ਕੋਈ ਨਹੀਂ ਮਾੜਾ ਕਹਿੰਦਾ। ਮਾੜਾ ਕਿਹਨੂੰ ਕਹਿੰਦੇ ਆ? ਇੱਕ ਦੂਜੇ ਨੂੰ। ਤੁਸੀਂ ਇਹ ਵੇਖ ਲਓ, ਅੱਜ ਜੋ ਸੰਘਰਸ਼ ਦੀ ਰੂਪ ਰੇਖਾ ਜਾਂ ਨੁਹਾਰ ਆ, ਜਾਂ ਇਹਦਾ ਵਹਿਣ ਕਿਸ ਪਾਸੇ ਵਹਿ ਰਿਹਾ, ਇਹ ਤਾਂ ਅਸੀਂ ਆਪਸ 'ਚ ਉਲਝ ਪਏ। ਸੋ ਮੈਨੂੰ ਐਂ ਲੱਗਦਾ ਲੀਡਰਸ਼ਿਪ ਨੂੰ ਵੀ ਆਪਦਾ ਦ੍ਰਿਸ਼ਟੀਕੋਣ ਆ ਜਿਹੜਾ, ਉਹ ਥੋੜ੍ਹਾ ਜਿਹਾ ਵੱਡਾ ਕਰਨਾ ਚਾਹੀਦਾ। ਦ੍ਰਿਸ਼ਟੀਕੋਣ ਜਦੋਂ ਤੋਂ ਪੰਜਾਬ ਤੋਂ ਅਸੀਂ ਤੁਰੇ ਹਾਂ, ਉਹਨਾਂ ਨੇ ਹੋ ਸਕਦਾ ਇਸ ਗੱਲ ਨੂੰ ਅਪਣਾ ਲਿਆ ਹੋਵੇ ਜਾਂ ਇੱਥੋਂ ਤੱਕ ਇਵੋਲਵ ਹੋ ਗਏ ਹੋਣ ਵੀ ਇਹ ਸਾਡੀ ਹੋਂਦ ਦੀ ਲੜਾਈ ਆ, ਪਰ ਉਸ ਦ੍ਰਿਸ਼ਟੀਕੋਣ ਨੂੰ ਕਦੇ ਵੱਡਾ ਹੀ ਨਹੀਂ ਕੀਤਾ। ਉਹਨੂੰ ਇੱਥੋਂ ਤੱਕ ਹੀ ਸੀਮਤ ਰੱਖਿਆ, ਤੰਗ ਨਜ਼ਰੀ 'ਚ ਦੇਖਿਆ ਵੀ ਨਹੀਂ, ਇਹ ਤਾਂ ਸਿਰਫ ਕਿਸਾਨੀ ਸੰਘਰਸ਼ ਆ ਤੇ ਬਿੱਲਾਂ ਦੀ ਗੱਲ ਕਰੋ। ਜਦੋਂ ਰਾਜੇਵਾਲ ਸਾਹਿਬ ਆਪ ਇਹ ਗੱਲ ਕਹਿੰਦੇ ਆ ਵੀ ਐਗਰੀਕਲਚਰ ਸਟੇਟ ਸਬਜੈਕਟ ਨਹੀਂ ਆ, ਸੈਂਟਰ ਸਬਜੈਕਟ ਨਹੀਂ ਹੈ, ਤਾਂ ਸਟੇਟ ਸਬਜੈਕਟ ਆ, ਫਿਰ ਤਾਂ ਗੱਲ ਹੀ ਪਾਲਿਸੀ ਮੇਕਿੰਗ ਦੀ ਕਰ ਰਹੇ ਹੋ ਤੁਸੀਂ। ਫਿਰ ਤਾਂ ਉਹ ਯੂਨਿਟਰੀ ਫਾਰਮ ਆਫ ਗਵਰਨਮੈਂਟ ਨੂੰ ਚੈਲੰਜ ਤਾਂ ਕਰ ਹੀ ਰਹੇ ਹੋ ਜਦੋਂ ਇੱਥੇ ਗੱਲ ਆ ਜਾਂਦੀ ਆ। ਸੋ ਇਹੀ ਤਾਂ ਗੱਲਾਂ ਆਪਾਂ ਕੀਤੀਆਂ ਸੀ। ਅੱਜ ਸਾਨੂੰ ਨਵਾਂ ਪੈਂਤੜਾ ਘੜਨਾ ਪਊਗਾ ਹੁਣ ਸੰਘਰਸ਼ ਨੂੰ ਚਲਾਉਣ ਵਾਸਤੇ। ਜਿੰਨਾ ਪਲਾਨ ਬੀ ਦੀ ਆਪਾਂ ਗੱਲ ਕਰਦੇ ਹੁੰਦੇ ਸੀ, ਉਹ ਪਲਾਨ ਬੀ ਤੇ ਵੀ ਆਉਣਾ ਪਊਗਾ। ਸਾਨੂੰ ਸਿਰ ਜੋੜ ਕੇ ਬੈਠਣਾ ਪਊਗਾ, ਸੰਵਾਦ ਕਰੀਏ, ਵਿਵਾਦ ਨਾ ਕਰੀਏ। ਜਦੋਂ ਤੱਕ ਸਿਰ ਜੋੜ ਕੇ ਬੈਠਾਂਗੇ ਨਹੀਂ, ਇੱਕ ਦੂਜੇ ਨੂੰ ਸਪੇਸ ਨਹੀਂ ਦੇਵਾਂਗੇ, ਕੋਐਗਜ਼ਿਸਟ ਨਹੀਂ ਕਰਾਂਗੇ, ਉਦੋਂ ਤੱਕ ਅਸੀਂ ਕਹਾਂਗੇ ਵੀ ਸੰਘਰਸ਼ ਲੜ ਲਾਂਗੇ, ਅਸੀਂ ਉਹ ਵੀ ਹਿਊਮਨ ਸੰਘਰਸ਼ ਲੜ ਲਾਂਗੇ। ਨਹੀਂ, ਅਸੀਂ ਤਾਂ ਤਰੀਕੇ ਸਲੀਕੇ ਹੀ ਭੁੱਲਦੇ ਜਾਂਦੇ ਹਾਂ। ਸਾਡੇ 'ਚ ਕੋਈ ਤਹਿਜ਼ੀਬ ਤੇ ਨਫਾਸਤ ਰਹਿ ਹੀ ਨਹੀਂ ਗਈ। ਤੇ ਇਹੀ ਫਰਕ ਹੁੰਦਾ ਕਿਸੇ ਹੋਰ ਆਈਡੀਓਲੋਜੀ ਦਾ। ਜਦੋਂ ਮੈਂ ਸਿੱਖ ਆਈਡੀਓਲੋਜੀ ਦੀ ਗੱਲ ਕਰਦਾ, ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਪਿਰਤਾਂ ਪਾਈਆਂ ਸੀ, ਜਿਹੜੀਆਂ ਸਾਡੇ ਅੰਦਰ ਉਹ ਵੈਲਿਊ ਸਿਸਟਮ ਜਨਰੇਟ ਕਰਕੇ ਗਏ ਆ, ਸਾਡੇ ਅੰਦਰ ਇਨਕਲਕੇਟ ਕਰਕੇ ਗਏ ਆ, ਉਹ ਇਹੀ ਆ ਵੀ ਅਸੀਂ ਪਰਸਨਲ ਲੜਾਈਆਂ ਨਹੀਂ ਲੜਦੇ ਹੁੰਦੇ। ਅਸੀਂ ਤਾਂ ਇੱਕ ਬਹੁਤ ਵੱਡੇ ਕਿਸੇ ਪਰਪਸ ਲਈ ਲੜਦੇ ਆ, ਜਿਹੜਾ ਨਿਰਭਉ ਤੇ ਨਿਰਵੈਰ ਰਹਿ ਕੇ ਲੜਦੇ ਆ। ਜੰਗ ਦੇ ਮੈਦਾਨ 'ਚ ਲੜ ਵੀ ਰਹੇ ਆ ਤੇ ਨਿਰਵੈਰ ਵੀ ਆ। ਦੇਖੋ ਕਿੱਡਾ ਵੱਡਾ ਫਲਸਫਾ, ਇਹਨੂੰ ਸਮਝਣ ਦੀ ਲੋੜ ਆ। ਸੋ ਜੇ ਅਸੀਂ ਉਹਨਾਂ ਕਮਾਈਆਂ ਤੋਂ, ਉਹਨਾਂ ਪਿਰਤਾਂ ਤੋਂ, ਉਸ ਵੈਲਿਊ ਸਿਸਟਮ ਤੋਂ ਦੂਰ ਚਲੇ ਗਏ, ਫਿਰ ਇਹ ਤਾਂ ਵਰਲਡਲੀ ਗੱਲ ਹੋ ਜੂਗੀ। ਜਿਵੇਂ ਕਿ ਵਰਲਡਲੀ ਗੱਲ ਕੀ ਆ? ਵਰਲਡਲੀ ਉਹ ਗੱਲ ਆ ਜਿਹੜੀ ਇੱਕ ਕਮਿਊਨਿਸਟ ਵਿਚਾਰਧਾਰਾ ਕਿਸੇ ਹੱਦ ਤੱਕ, ਸੈਕੂਲਰ ਵਿਚਾਰਧਾਰਾ ਕਿਸੇ ਹੱਦ ਤੱਕ
ਆਪਾਂ ਇਹ ਕਹਿ ਲਓ ਵੀ ਨਵੀਂ ਜਿਹੜੀ ਇਹ ਸਟਰਕਚਰ ਸਾਰਾ ਪੈਦਾ ਹੋ ਰਿਹਾ, ਜਿਹਦੇ ਅਗੇਂਸਟ ਆਪਾਂ ਲੜਾਈਆਂ ਲੜ ਰਹੇ ਹਾਂ। ਇੱਕ ਫਾਸਿਸਟ ਕੌਨਸਟੀਟਿਊਐਂਸੀ ਪੈਦਾ ਕੀਤੀ ਜਾ ਰਹੀ ਹੈ। ਅੱਜ ਜੇ ਆਪਾਂ ਸੰਤਾਂ ਦੀ ਗੱਲ ਕਰ ਦਿੰਦੇ ਹਾਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਨਹੀਂ ਉਹ ਪੰਜਾਬ ਦੇ ਇੱਕ ਪੋਲੀਟੀਕਲ ਸਟਰਕਚਰ ਦਾ ਵੀ ਪਾਰਟ ਸੀ। ਉਹਨੂੰ ਕਿਵੇਂ ਧਰਮ ਦੇ ਨਾਲ ਵਾਰ-ਵਾਰ ਜੋੜ ਦਿੰਦੇ ਆ, ਕੰਪਾਰਟਮੈਂਟਲਾਈਜ਼ ਕਰ ਦਿੰਦੇ ਆ। ਔਰ ਇਹ ਗੱਲ ਸਾਰੀ ਕਿੱਥੋਂ ਆਈ? ਇਹ ਉਸ ਵੈਸਟਰਨ ਸਟਰਕਚਰ 'ਚੋਂ ਗੱਲ ਆਈ ਹੋਈ ਆ, ਜੋ ਵੈਸਟਰਨ ਸਟਰਕਚਰ ਨੇ ਇੱਕ ਹਿਊਮਨਟੇਰੀਅਨ ਗਰਾਊਂਡ ਨੂੰ ਇਹ ਕਹਿ ਕੇ ਪ੍ਰਮੋਟ ਕੀਤਾ ਵੀ ਅਸੀਂ ਸੈਕੂਲਰ ਹਾਂ, ਅਸੀਂ ਤਾਂ ਧਰਮ ਤੋਂ ਦੂਰ ਹਾਂ। ਜਾਂ ਕਮਿਊਨਿਜ਼ਮ 'ਚੋਂ ਗੱਲ ਆਈ ਆ ਵੀ ਨਹੀਂ, ਅਸੀਂ ਧਰਮ ਤੋਂ ਦੂਰ ਹਾਂ। ਪਰ ਅਸੀਂ ਕਦੇ ਵੀ ਨਹੀਂ ਸੀ। ਇਹ ਸਾਡਾ ਵਿਰਸਾ, ਸਾਡਾ ਕਲਚਰ, ਸਾਡਾ ਜਿਹੜਾ ਇਹ ਕਹਿ ਲਓ ਹੈਰੀਟੇਜ ਇਹ ਆ ਵੀ ਰਾਜਨੀਤੀ ਦੇ ਉੱਤੇ ਹਮੇਸ਼ਾ ਧਰਮ ਦਾ ਕੁੰਡਾ ਰਿਹਾ। ਧਰਮ ਹੀ ਸਾਨੂੰ ਇੱਕ ਸਾਰਥਿਕ ਮਾਹੌਲ ਪੈਦਾ ਕਰਨ ਵਾਸਤੇ ਇੰਸਪਾਇਰ ਕਰਦਾ। ਧਰਮ ਹੀ ਸਾਨੂੰ ਸੱਚੇ ਤੇ ਸੁੱਚੇ ਤੇ ਚੰਗੇ ਇਨਸਾਨ ਬਣਾਉਂਦਾ। ਧਰਮ ਹੀ ਸਾਨੂੰ ਤਹਿਜ਼ੀਬ ਦਿੰਦਾ, ਹਿਊਮਨ ਐਲੀਮੈਂਟ ਸਾਡੇ 'ਚ ਪੈਦਾ ਕਰਦਾ। ਧਰਮ ਨੂੰ ਜਿਸ ਤਰ੍ਹਾਂ ਅਸੀਂ ਦੇਖਣ ਲੱਗ ਗਏ ਤਾਂ ਬਹੁਤ ਮਾੜੀਆਂ ਗੱਲਾਂ। ਧਰਮ ਸਾਨੂੰ ਕੰਪਾਰਟਮੈਂਟਲਾਈਜ਼ ਨਹੀਂ ਕਰਦਾ, ਉਹ ਸਾਨੂੰ ਐਕਚੁਅਲੀ ਹਿਊਮੈਨਿਟੀ ਸਿਖਾਉਂਦਾ। ਔਰ ਧਰਮ ਦੇ ਕੁੰਡੇ ਤੋਂ ਬਿਨਾਂ ਸਾਡਾ ਮੀਰੀ ਤੇ ਪੀਰੀ ਦਾ ਸਿਧਾਂਤ ਕੀ ਆ? ਇਹੀ ਆ ਨਾ। ਅੱਜ ਕੁਝ ਨੁਕਤਿਆਂ ਦੀ ਗੱਲ ਕਰਨੀ ਸੀ, ਉਹ ਨੁਕਤੇ ਵਾਪਸ ਮੈਂ ਉਹਨਾਂ ਗੱਲਾਂ ਤੇ ਆਉਣਾ। ਸਾਨੂੰ ਸੰਘਰਸ਼ ਨੂੰ ਐਨਾਲਾਈਜ਼ ਦੁਬਾਰਾ ਕਰਨਾ ਪਊਗਾ, ਨਵੇਂ ਪੈਂਤੜੇ ਘੜਨੇ ਪੈਣਗੇ। ਬਹੁਤ ਛੇਤੀ 3-4 ਦਿਨਾਂ 'ਚ ਆ ਕੇ ਮੈਂ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਕਰੂੰਗਾ। ਪਰ ਅੱਜ ਇਕੱਠੇ ਹੋ ਕੇ ਉੱਧਰ ਨੂੰ ਤੁਰ ਪਈਏ, ਇਹ ਹੱਲ ਨਹੀਂ ਆ। ਉਹ ਹੱਲ 26 ਜਨਵਰੀ ਤੱਕ ਚੱਲਿਆ ਸੀ, ਉਹਦੀ ਇੱਕ ਲਾਈਫ ਸੀ, ਉਹਦੀ ਲਾਈਫ ਖਤਮ ਹੋ ਗਈ। ਉਸ ਮੌਕੇ ਨੂੰ ਅਸੀਂ ਸੰਭਾਲ ਨਹੀਂ ਸਕੇ। ਉਸ ਮੌਕੇ ਨੂੰ ਅਸੀਂ ਆਪ ਹੀ ਸਾਡੇ ਬੰਦੇ ਬਦਨਾਮ ਕਰਨ ਲੱਗ ਗਏ, ਬੰਦਿਆਂ ਨੂੰ ਗਦਾਰ ਕਹਿਣ ਲੱਗ ਗਏ, ਮੈਨੂੰ ਸਰਟੀਫਿਕੇਟ ਵੰਡਣ ਲੱਗ ਗਏ। ਪਰ ਸੰਘਰਸ਼ ਦਾ ਜਿੱਡਾ ਵੱਡਾ ਨੁਕਸਾਨ ਕੀਤਾ ਉਹਨਾਂ ਨੇ, ਇਹ ਸਾਡੇ ਸਾਰਿਆਂ ਦੇ ਸਾਹਮਣੇ ਆ। ਜੇ ਕਿਤੇ ਉੱਦਾਂ ਖੜ ਜਾਂਦੇ, ਇਹ ਗੱਲ ਨੂੰ ਹੀ ਐਕਨੋਲੇਜ ਕਰ ਦਿੰਦੇ, ਰੈਕਗਨਾਈਜ਼ ਕਰ ਲੈਂਦੇ ਉਸ ਪੂਰੇ ਵਰਤਾਰੇ ਨੂੰ, ਉਹ ਗੱਲ ਕੁਝ ਹੋਰ ਹੋਣੀ ਸੀ। ਜਿਸ ਤਰ੍ਹਾਂ ਉਦੋਂ ਬਾਅਦ ਪੰਜਾਬ ਨੇ ਉੱਠਣਾ ਸੀ ਜਾਂ ਲੋਕਾਂ ਨੇ ਉੱਠਣਾ ਸੀ, ਇਹ ਗੱਲ ਹੀ ਕੁਝ ਹੋਰ ਹੋਣੀ ਸੀ। ਫਿਰ ਉੱਥੇ ਕਿਸੇ ਵੀ ਤਰ੍ਹਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਜਾਂ ਨਿਸ਼ਾਨ ਸਾਹਿਬ ਨੂੰ ਜੇ ਆਪਾਂ ਕਹੀਏ ਵੀ ਅਗਨ ਭੇਂਟ ਕੀਤਾ ਜਾਂਦਾ, ਤੇ ਉੱਥੇ ਇਹ ਗੱਲਾਂ ਕਹੀਆਂ ਜਾਂਦੀਆਂ ਵੀ ਉੱਥੇ ਤਾਂ ਯਾਰ ਬਹੁਤ ਨਿਸ਼ਾਨ ਸਾਹਿਬ ਸੀ ਤੇ ਉੱਥੇ ਕੇਸਰੀ ਹੋ ਜਾਣਾ ਸੀ। ਤੇ ਇਹ ਸਾਰਾ ਡਰ ਹੀ ਪੈਦਾ ਕੀਤਾ ਗਿਆ ਨਾ। ਇਹ ਡਰ ਕਿਹਨੇ ਪੈਦਾ ਕੀਤਾ? ਇਹ ਸਟੇਟ ਦਾ ਨੈਰੇਟਿਵ ਹੁੰਦਾ, ਸਰਕਾਰਾਂ ਐਂ ਕੰਮ ਕਰਦੀਆਂ। ਤੇ ਜਦੋਂ ਸਾਡੇ ਆਪਦੇ ਬੰਦੇ ਹੀ ਐਂ ਕੰਮ ਕਰਨ ਲੱਗ ਜਾਣ, ਫਿਰ ਤਾਂ ਸ਼ੈਡੋ ਸਟੇਟ ਦਾ ਕੰਮ ਕਰਦੇ ਆ। ਉਹ ਉਸੇ ਤਰ੍ਹਾਂ ਬਿਹੇਵ ਕਰਨ ਲੱਗ ਜਾਂਦੇ ਆ। ਕੋਈ ਫਰਕ ਹੀ ਨਹੀਂ ਰਹਿੰਦਾ। ਨਾ ਤਾਂ ਡਿਸੈਂਟ ਆ, ਜਿਹੜਾ ਵੌਇਸ ਆਫ ਡਿਸੈਂਟ ਸਰਕਾਰ ਝੱਲਦੀ ਆ, ਨਾ ਵੌਇਸ ਆਫ ਡਿਸੈਂਟ ਸਾਡੇ ਵਾਲੇ ਬੰਦੇ ਝੱਲਦੇ ਆ। ਜੇ ਸਾਡੇ ਵਾਲੇ ਬੰਦਿਆਂ ਨੂੰ ਕੁਛ ਮਾੜਾ ਮੋਟਾ ਕਹਿ ਦਈਏ ਵੀ ਨਹੀਂ ਇਹ ਗੱਲ ਆਏ, ਅਸੀਂ ਤੁਹਾਨੂੰ ਸਵਾਲ ਹੀ ਪੁੱਛ ਲਈਏ, ਸਵਾਲ ਹੀ ਨਹੀਂ ਪੁੱਛਣ ਦਿੰਦੇ। ਨਹੀਂ ਤੁਸੀਂ ਤਾਂ ਬੀਜੇਪੀ ਹੋ, ਤੁਸੀਂ ਪ੍ਰੋ ਸਟੇਟ ਹੋ, ਸਵਾਲ ਪੁੱਛਣ ਦੀ ਹੀ ਇੱਥੇ ਕੋਈ ਖੁੱਲ੍ਹ ਨਹੀਂ ਆ। ਫਿਰ ਤਾਂ ਤੁਸੀਂ ਸਰਕਾਰ ਵੀ ਉਵੇਂ ਹੀ ਕੰਮ ਕਰਦੀ ਆ, ਤੁਸੀਂ ਵੀ ਉਵੇਂ ਕਰੀ ਜਾਂਦੇ ਹੋ। ਕੋਈ ਫਰਕ ਹੀ ਨਹੀਂ ਰਹਿ ਗਿਆ ਇਸ ਗੱਲ 'ਚ ਤਾਂ। ਸੋ ਮੇਰੀ ਬੇਨਤੀ ਇਹੀ ਆ ਵੀ ਨਵੇਂ ਪੈਂਤੜੇ ਘੜਾਂਗੇ, ਸਾਡੇ ਲੋਕਾਂ ਨੂੰ ਵੀ ਮਿਲਾਂਗੇ, ਪੰਜਾਬ ਦੇ ਨਾਲ ਖੜਾਂਗੇ ਵੀ, ਇਹਨਾਂ ਸਰਕਾਰਾਂ ਦੇ ਵੀ ਜੇ ਧੌਣ 'ਤੇ ਗੋਡੇ ਰੱਖਾਂਗੇ, ਇਹ ਸਾਰੀਆਂ ਗੱਲਾਂ ਵਿਚਾਰਾਂਗੇ। ਨਾਲ ਇੱਕ ਜਿਹੜੀ ਮਹਾਮਾਰੀ ਚੱਲ ਰਹੀ ਆ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਇਹਦੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਇਹਨੂੰ ਵੀ ਸੰਖੇਪ 'ਚ ਹੀ ਆਪਾਂ ਗੱਲ ਕਰਦੇ ਹਾਂ। ਤੁਸੀਂ ਇਹ ਵੇਖੋ, ਮਹਾਮਾਰੀ 'ਚ ਲੋਕ ਮਰ ਰਹੇ ਆ। ਲੱਕੜਾਂ ਸਿਵਿਆਂ 'ਚ ਬਾਲਣ ਵਾਸਤੇ ਉਹ ਮਹਿੰਗੀਆਂ ਕਰਤੀਆਂ ਜਿਹੜੇ ਵੇਚਦੇ ਆ। ਸਿਵਿਆਂ 'ਚ ਜਾ ਕੇ ਜੇ ਤੁਸੀਂ ਕਿਸੇ ਦਾ ਸੰਸਕਾਰ ਕਰਨਾ, ਉਹਦੀ ਫੀਸ 3-3 ਗੁਣਾ ਕਰੀ ਬੈਠੀ ਆ। ਐਂਬੂਲੈਂਸਾਂ ਮਹਿੰਗੀਆਂ ਕਰਤੀਆਂ, ਇਲਾਜ ਮਹਿੰਗੇ ਕਰਤੇ। ਪਰ ਸਾਡੇ ਵਾਲੇ ਬੰਦੇ ਕੀ ਕਰਦੇ ਆ? ਸਾਡੀ ਕਮਿਊਨਿਟੀ ਤੇ ਦੁਨੀਆ ਮੰਨ ਰਹੀ ਆ, ਉਹ ਸੰਸਕਾਰ ਲਵਾਰਸ ਲਾਸ਼ਾਂ ਦਾ ਸੰਸਕਾਰ ਕਰੀ ਜਾਂਦੇ ਆ। ਉਹ ਆਕਸੀਜਨ ਦੇ ਲੰਗਰ ਲਾਈ ਬੈਠੇ ਆ। ਇਹ ਫਰਕ ਆ ਬਾਕੀ ਦੁਨੀਆ 'ਚ, ਆਮ ਦੁਨਿਆਵੀ ਗੱਲਾਂ 'ਚ ਤੇ ਸਾਡੇ 'ਚ। ਇਹੀ ਉਹਨਾਂ ਕਮਾਈਆਂ ਕਰਕੇ ਆ ਜਿਹੜੇ ਸਾਡੇ ਗੁਰੂਆਂ ਨੇ ਕੀਤੀਆਂ। ਕੱਲੀਆਂ ਉਹਨਾਂ ਨੇ ਕਰਕੇ ਦਿਖਾਈਆਂ, ਕੀਤੀਆਂ ਨਹੀਂ, ਕਰਕੇ ਦਿਖਾਈਆਂ ਸਾਨੂੰ। ਸੋ ਹਜੇ ਵੀ ਇਹ ਇਸੇ ਹੋਂਦ ਦੀ ਤਾਂ ਲੜਾਈ ਲੜ ਰਹੇ ਆ, ਇਸੇ ਹੈਰੀਟੇਜ ਦੀ ਲੜਾਈ ਲੜ ਰਹੇ ਆ। ਪਰ ਇਸ ਟਾਈਮ ਇੱਕ ਹੱਥ ਨਾਲ ਜੇ ਸੰਘਰਸ਼ ਲੜਨਾ ਪੈਣਾ, ਦੂਜੇ ਹੱਥ ਨਾਲ ਇਸ ਮਹਾਮਾਰੀ ਨਾਲ ਵੀ ਲੜਨਾ ਪੈਣਾ। ਸੋ ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਅੱਜ ਮੈਂ ਕਰਨੀਆਂ ਸੀ। ਕੁਛ ਨੁਕਤਿਆਂ ਦੇ ਥਰੂ ਹੀ ਆਪਾਂ ਗੱਲਾਂ ਕੀਤੀਆਂ, ਵਿਸਥਾਰ 'ਚ ਗੱਲਾਂ ਕਰਾਂਗੇ, ਸੰਗਤ ਦੀ ਕਚਹਿਰੀ 'ਚ ਵੀ ਲੈ ਕੇ ਜਾਵਾਂਗੇ ਤੇ ਪੰਜਾਬ 'ਚ ਵਿਚਰਾਂਗੇ, ਲੋਕਾਂ ਦੇ ਨਾਲ ਜਾ ਕੇ ਪਿੰਡੋ ਪਿੰਡੀ ਉਹਨਾਂ ਨੂੰ ਮਿਲਾਂਗੇ। ਸੰਘਰਸ਼ ਦਾ ਸਾਡਾ ਕੀ ਪੈਂਤੜਾ ਹੋਵੇ ਉਹ ਵੀ ਘੜਾਂਗੇ, ਕਿਉਂਕਿ ਜੇ ਆਪਾਂ ਬਿਨਾਂ ਵਿਉਂਤ
ਬੰਦੀ ਕੀਤੇ ਤੇ ਪੁਰਾਣੀ ਵਿਉਂਤਬੰਦੀ ਤੇ ਹੀ ਚੱਲਦੇ ਆ। ਉਹਦੀ ਇੱਕ ਲਾਈਫ ਸੀ, ਉਹ ਐਕਸਪਾਇਰ ਹੋ ਗਈ 26 ਜਨਵਰੀ ਤੋਂ ਬਾਅਦ। ਅੱਜ ਤੱਕ ਸਰਕਾਰ ਤੇ ਕੋਈ ਪ੍ਰੈਸ਼ਰ ਨਹੀਂ ਆ। ਯੂਨੀਅਨ ਵਾਲੇ ਤੀਜੇ ਕੁ ਦਿਨ ਸੰਸਦ ਘੇਰਨ ਦਾ ਪ੍ਰੋਗਰਾਮ ਦੇ ਦਿੰਦੇ ਆ, ਮੁੜ ਕੇ ਹੋਰ 2 ਦਿਨਾਂ ਬਾਅਦ ਉਹਨੂੰ ਕੈਂਸਲ ਕਰ ਦਿੰਦੇ ਆ। ਮੁੜ ਕੇ ਕਿਹੋ ਜਿਹੇ ਬਿਆਨ ਦਿੰਦੇ ਆ ਵੀ ਜੇ ਦੀਪ ਸਿੱਧੂ 'ਚ ਦਾਮਾ ਤਾਂ ਉਹ ਘੇਰ ਲੈ ਜਾ ਕੇ ਸੰਸਦ। ਵੇਖ ਲਓ ਤੁਸੀਂ, ਇਹ ਤਾਂ ਸਾਡੀ ਭਾਸ਼ਾ ਹੋਈ ਪਈ ਹੈ। ਇੰਨੀ ਕਿ ਸਾਨੂੰ ਮੈਨੂੰ ਲੱਗਦਾ ਸਲੀਕਾ ਆਉਂਦਾ ਇੱਕ ਦੂਜੇ ਨਾਲ ਗੱਲ ਕਰਨ ਦਾ। ਅਸੀਂ ਇੱਕ ਦੂਜੇ ਨੂੰ ਸਪੇਸ ਹੀ ਨਹੀਂ ਦੇ ਰਹੇ। ਅੱਜ ਤੱਕ ਜਦੋਂ ਦਾ ਮੈਂ ਆਇਆ ਕਿਸੇ ਫਾਰਮਰ ਯੂਨੀਅਨ ਲੀਡਰ ਦਾ ਜਾਂ ਕਿਸੇ ਜਥੇਬੰਦੀ ਦਾ, ਇਹਨਾਂ ਨੇ ਤਾਂ ਬੰਦੇ ਤੋੜਤੇ ਉੱਥੋਂ। ਕੱਲਾ ਦੀਪ ਸਿੱਧੂ ਨੂੰ ਥੋੜੀ ਤੋੜਿਆ, ਹੋਰ ਬਥੇਰੀਆਂ ਸ਼ਖਸੀਅਤਾਂ ਨੂੰ ਤੋੜਿਆ। ਤੁਸੀਂ ਦੇਖੋ ਕਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ, ਡਾਕਟਰ ਸਵਾਈ ਮਾਨ ਸਿੰਘ ਵਰਗੇ ਜਿਹੜੀਆਂ ਸ਼ਖਸੀਅਤਾਂ ਉੱਥੇ ਗਏ, ਉਹਨਾਂ ਦੀ ਕੋਈ ਡਿਬਡਬਾ ਸਾਹਿਬ ਵਰਗੇ ਕੋਈ ਬੁੱਕਤ ਨਹੀਂ। ਆਪਦਾ ਉਹ ਨਵਰੀਤ ਆਪਣਾ ਆਪਦੇ ਆਪ ਨੂੰ ਵਾਰ ਗਿਆ, ਕੋਈ ਬੁੱਕਤ ਨਹੀਂ। ਸੋ ਅਸੀਂ ਹਜੇ ਵੀ ਗੱਲਾਂ ਨਹੀਂ ਸਮਝਾਂਗੇ, ਆਪਦਾ ਹੀ ਨੁਕਸਾਨ ਕਰਾਂਗੇ। ਬੜਾ ਇਤਿਹਾਸਕ ਪਲ ਆ, ਇਤਿਹਾਸਕ ਸੰਘਰਸ਼ ਆ। ਮੇਰੀ ਬੇਨਤੀ ਇਹੀ ਆ, ਹਜੇ ਵੀ ਅਸੀਂ ਇੱਕ ਦੂਜੇ ਨੂੰ ਸਪੇਸ ਦਈਏ। ਕਿਸੇ ਨੇ ਮੈਨੂੰ ਇਹ ਗੱਲ ਨਹੀਂ ਕਹੀ ਵੀ ਆ ਜਾ ਬਾਈ ਜਾਂ ਆ ਜਾ ਪੁੱਤ, ਜੇ ਸਾਡੇ ਆਗੂ ਹੀ ਆ, ਬਜ਼ੁਰਗ ਆ, ਕੋਈ ਗੱਲ ਨਹੀਂ, ਪਹਿਲਾਂ ਜੋ ਹੋ ਗਿਆ ਹੋ ਗਿਆ, ਹੁਣ ਇਕੱਠੇ ਬਹਿਨੇ ਆਪਾਂ ਲੜਦੇ ਆ। ਨਹੀਂ, ਕਿਸੇ ਨੇ ਨਹੀਂ। ਉਲਟਾ ਬਿਆਨ ਕੀ ਆਉਂਦਾ, ਦੀਪ ਸਿੱਧੂ ਸਾਡੇ ਸੰਘਰਸ਼ ਦੇ ਲਿਵੇ ਲੈਣ ਲੱਗੇ। ਵੀ ਤੁਹਾਡਾ ਕਿਵੇਂ ਹੋ ਗਿਆ ਇਹ? ਤੁਸੀਂ ਕੀ ਪੇਟੈਂਟ ਕਰਾਈ ਬੈਠੇ ਹੋ, ਇਹਦੇ ਤੇ ਮੋਹਰ ਲਵਾਈ ਬੈਠੇ ਹੋ ਵੀ ਤੁਹਾਡਾ ਸੰਘਰਸ਼ ਆ? ਸਾਰਾ ਪੰਜਾਬ ਉੱਠ ਖੜਾ, ਪਿੰਡੋਂ ਪਿੰਡੀ ਲੋਕ ਉੱਠ ਖੜੇ। ਉਹ ਵਿਚਾਰੇ ਉੱਥੇ ਆਪਦੇ ਜੇਬਾਂ ਚੋਂ ਖਰਚੇ ਕਰ ਬੈਠੇ ਆ। ਤੁਹਾਨੂੰ ਕਿਸੇ ਨੂੰ ਪਰਵਾਹ ਨਹੀਂ, ਤੁਹਾਨੂੰ ਪਤਾ ਹੀ ਨਹੀਂ ਅੱਗੇ ਕਿਵੇਂ ਲੈ ਕੇ ਜਾਣਾ। ਬਸ ਸਰਕਾਰ ਤੇ ਬਹੁਤ ਪ੍ਰੈਸ਼ਰ ਆ, ਅਸੀਂ ਜਿੱਤਣ ਵਾਲੇ ਆ, ਬਹੁਤ ਵਧੀਆ ਚੱਲ ਰਿਹਾ। ਕਿਸੇ ਨੂੰ ਕੁਝ ਪਤਾ? ਜੇ ਤੁਸੀਂ ਸੱਚ ਨੂੰ ਹਜੇ ਵੀ ਮੁਨਕਰ ਹੋਈ ਜਾਓਗੇ, ਫਿਰ ਤਾਂ ਕੋਈ ਕੁਝ ਨਹੀਂ ਕਰ ਸਕਦਾ। ਸੋ ਮੇਰੀ ਇੰਨੀ ਕੁ ਤੁਹਾਨੂੰ ਰਿਕੁਐਸਟ ਆ, ਹੁਣ ਤਾਂ ਸੱਚ ਨੂੰ ਪਛਾਣੀਏ, ਇਹਨਾਂ ਨੂੰ ਕਹੀਏ ਵੀ ਯਾਰ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਅੱਗੇ ਵਧਾਈਏ। ਕਿਤੇ ਨਾ ਕਿਤੇ ਤਾਂ ਸਾਡੇ 'ਚ ਕੋਈ ਸੱਚਾਈ ਪ੍ਰਵੇਲ ਕਰੇ। ਰੂਹਾਂ ਦੀ ਗੱਲ ਹੈ ਯਾਰ, ਤੁਸੀਂ ਤੁਹਾਡੇ ਅੰਦਰ ਵੀ ਰੂਹਾਂ ਵਸਦੀਆਂ। ਹਜੇ ਵੀ ਤੁਸੀਂ ਇਹਨਾਂ ਬਾਈਨਰੀਜ਼ 'ਚ ਕੰਪਾਰਟਮੈਂਟਲਾਈਜ਼ ਹੋਵੋਗੇ ਵੀ ਆਹ ਬੀਜੇਪੀ ਦੇਖੋ ਜੀ, ਬੀਜੇਪੀ ਬਿਨਾਂ ਆਧਾਰ ਤੋਂ, ਬਿਨਾਂ ਕਿਸੇ ਗੱਲ ਤੋਂ ਕੋਈ ਗੱਲ ਕਰੋਗੇ। ਜੇਲਾਂ ਕੱਟ ਕੇ ਵੀ ਮੈਂ ਆਪਦੇ ਆਪ ਨੂੰ, ਜੇ ਤੁਹਾਨੂੰ ਪ੍ਰੂਵ ਕਰਨਾ ਪਵੇ, ਸਫਾਈਆਂ ਦੇਣੀਆਂ ਪੈਣ। ਹੁਣ ਤਾਂ ਸੰਗਤ ਦੇ ਕਚਹਿਰੀ 'ਚ ਸਭ ਕੁਛ ਆ ਬਾਈ। ਜੇ ਕੋਈ ਮੈਨੂੰ ਕੁਛ ਕਹੂਗਾ ਤੁਸੀਂ ਡਿਸਾਈਡ ਕਰ ਲਿਓ, ਜੇ ਕੋਈ ਕਿਸੇ ਨੂੰ ਕਹੂਗਾ ਤੁਸੀਂ ਡਿਸਾਈਡ ਕਰ ਲਿਓ। ਪਰ ਮੇਰੀ ਬੇਨਤੀ ਇੰਨੀ ਕਿ ਵੀ ਸੱਚ ਦੇ ਨਾਲ ਖੜ ਜਾਓ। ਜੇ ਹੁਣ ਵੀ ਬਚਣਾ ਤਾਂ ਸੱਚ ਦੇ ਨਾਲ ਖੜਨਾ ਪਊਗਾ, ਅਦਰਵਾਈਜ਼ ਸਾਡੇ ਕੋਲੇ ਫਿਰ ਹੋਰ ਕੋਈ ਰਾਹ ਨਹੀਂ। ਇੰਨੀਆਂ ਕੁ ਗੱਲਾਂ ਆਪਾਂ ਅੱਜ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਬੜੀ ਛੇਤੀ ਆਪਾਂ ਸਾਰੀ ਸਟ੍ਰੈਟਜੀ ਵੀ ਲੈ ਕੇ ਆਵਾਂਗੇ, ਐਨਾਲਾਈਜ਼ ਵੀ ਕਰਾਂਗੇ, ਗੱਲਾਂ ਹੋਰ ਵੀ ਕਰਾਂਗੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ।